3 करोड़ से अधिक भारतीय बच्चे एलर्जी अस्थमा के शिकार। विश्व के 10% अस्थमा के मरीज केवल भारत में। बच्चों के सुप्रसिद्ध व एलर्जी के विशेषज्ञ डॉक्टर नरेश ग्रोवर ने रोटरी क्लब वेस्ट प्रधान डॉक्टर सारिका कपिला के साथ मिलकर बच्चों में अस्थमा के प्रति जागरूकता फैलाने के लिए सेमिनार कराया। डॉक्टर नरेश ग्रोवर ने दुनिया भर में फैल रही एलर्जी और अस्थमा के बढ़ते हुए प्रकोप पर प्रकाश फैलाते हुए कहा कि इसका मुख्य कारण बढ़ता हुआ प्रदूषण, ऑपरेशन द्वारा डिलीवरी, माताओं द्वारा स्तनपान न करवाना और ख़ासकर युवाओं में बदली हुई जीवन शैली है। खासकर मोटे बच्चों में हैं। बच्चों में अस्थमा के लक्षण जो के बाद छाती में ज़्यादा समय तक जकड़न होना, बार बार खांसी होना, मुख्यतः रात को। बच्चों में खेल कूद उपरांत सांस फूलना व खांसी होना, रात को सोते समय सीटी जैसी आवाज़ सुनना। अस्थमा को बल देने वाले कारण: सिगरेट का धुआं, गाड़ियों का धुआं, अगरबत्ती, धूप, मच्छरों को भगाने वाली अगरबत्ती और पटाखों आदि का धुआं। अस्थमा के उपचार के लिए दवाइयों के साथ साथ इनहेलर भी जरूरी होता है। खबर आज तक से कुलदीप कुमार की रिपोर्ट। ਸਿੱਧੇ ਛਾਤੀ 'ਚ ਜਾਂਦੇ ਨੇ, ਇਸ ਕਰਕੇ ਪਰਮਾਨੈਂਟ ਨਹੀਂ ਹੈ, ਉਹਨੂੰ ਕੰਟਰੋਲ ਕਰਦਾ ਸਿੰਪਟਮਸ। ਇਹਦੇ ਅੰਦਰ ਇਮਿਊਨਿਟੀ ਪੈਦਾ ਨਹੀਂ ਹੁੰਦੀ। ਕਈ ਵਾਰੀ ਅਸੀਂ ਦੇਖਦੇ ਹਾਂ ਬੱਚੇ ਜਿਸ ਤਰ੍ਹਾਂ ਵੱਡੇ ਹੁੰਦੇ ਨੇ ਉਹਦੀਆਂ ਸਾਹ ਦੀਆਂ ਨਾੜੀਆਂ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ, ਲੇਕਿਨ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਨੂੰ ਐਲਰਜੀ ਹੁੰਦੀ ਹੈ। ਜੇ ਉਹ ਐਲਰਜੀ ਦਾ ਪਤਾ ਹੀ ਨਹੀਂ ਲੱਗੇਗਾ, ਉਹਨੂੰ ਪੰਪ ਚੱਲਦੇ ਰਹੇ, ਜਾਂ ਜਿਹੜਾ ਬੱਚਾ ਵੱਡਾ ਹੋ ਕੇ ਜਿਹਦੀ ਸਾਹ ਦੀ ਨਾੜੀਆਂ ਨਹੀਂ ਖੁੱਲੀਆਂ ਉਹਨੂੰ ਪੰਪ ਚੱਲਦਾ ਰਹੇਗਾ। ਲੇਕਿਨ ਜੇ ਬੱਚੇ ਦੇ ਪੇਰੈਂਟਸ ਚਾਹੁੰਦੇ ਨੇ ਕਿ ਅਸੀਂ ਪੰਪ ਬੰਦ ਕਰਨਾ ਹੈ, ਫਿਰ ਉਹਨਾਂ ਨੂੰ ਡਾਕਟਰ ਦੀ ਸਲਾਹ ਮੰਨ ਕੇ ਜਿੰਨੀ ਦੇਰ ਉਹ ਕਹਿੰਦੇ ਨੇ ਪੰਪ ਨੂੰ ਚਲਾਉਣਾ ਚਾਹੀਦਾ, ਔਰ ਹੌਲੀ ਹੌਲੀ ਅਸੀਂ ਉਹਦਾ ਪੰਪ ਘਟਾਉਂਦੇ ਹਾਂ, ਫਿਰ ਬੰਦ ਕਰਦੇ ਹਾਂ। ਲੇਕਿਨ ਜੇ ਸਾਨੂੰ ਪੰਪ ਦੀ ਡੋਜ਼ ਘਟਾਉਣ ਦੇ ਵਿੱਚ ਦਿੱਕਤ ਆਵੇ ਜਾਂ ਬੱਚੇ ਦੇ ਸਿੰਪਟਮ ਠੀਕ ਨਹੀਂ ਹੋ ਰਹੇ, ਫਿਰ ਸਾਨੂੰ ਐਲਰਜੀ ਟੈਸਟ ਕਰਕੇ ਕਾਰਨ ਲੱਭ ਕੇ ਉਹਦੇ 'ਚ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਸਿਰਫ ਧਾਰਨਾ ਹੈਗੀ ਹੈ, ਇਹ ਗੱਲ ਠੀਕ ਨਹੀਂ ਹੈ। ਮੈਂ ਇਹੀ ਗੱਲ ਬਾਰ-ਬਾਰ ਦੱਸ ਰਿਹਾ ਤੁਹਾਨੂੰ ਕਿ ਜਿਹੜੀ ਐਲਰਜੀ ਹੈ ਉਹ ਜੇ ਅਸੀਂ ਉਹਦਾ ਕਾਰਨ ਲੱਭ ਲਈਏ, ਜੇ ਸਾਨੂੰ ਕਾਰਨ ਲੱਭ ਗਿਆ ਅਸੀਂ ਉਹ ਤੋਂ ਕਿਸ ਤਰ੍ਹਾਂ ਬਚਣਾ ਸਾਨੂੰ ਪਤਾ ਲੱਗ ਜਾਏਗਾ। ਜਿਹੜਾ ਐਕਸਪਰਟ ਡਾਕਟਰ ਗਾਈਡ ਕਰ ਦੇਗਾ ਅਤੇ ਆਪੇ ਉਹਦੀ ਜ਼ਰੂਰਤ ਘੱਟ ਜਾਏਗੀ ਪੰਪ ਦੀ। ਅਤੇ ਜੇ ਉਹ ਨਹੀਂ ਕੰਮ ਕਰ ਰਿਹਾ ਫਿਰ ਅਸੀਂ ਇਮਿਊਨੋਥੈਰੇਪੀ ਕਰ ਸਕਦੇ। ਜ਼ਰੂਰ ਦਿਖਾਉਣੀ ਚਾਹਾਂਗਾ। ਦੇਖੋ ਇਹ ਜਿਹੜੀ ਪਾਈਪ ਹੈ ਇਹ ਨੋਰਮਲ ਪਾਈਪ ਹੈ, ਮਤਲਬ ਕਹਿਣ ਦਾ ਜਿਹਦੀ ਸਾਹ ਦੀ ਨਾਲੀ ਬਿਲਕੁਲ ਠੀਕ ਹੈ ਉਹ ਇਸ ਤਰ੍ਹਾਂ ਦੀ ਹੋਏਗੀ। ਜਿਹਦੇ ਵਿੱਚ ਐਲਰਜੀ ਚੱਲ ਰਹੀ ਹੈ ਉਹਦੀ ਜਿਹੜੀ ਸਾਹ ਦੀ ਨਾੜੀ ਹੈ ਉਹ ਥੋੜੀ ਸੁੰਗੜਨੀ ਸ਼ੁਰੂ ਹੋ ਜਾਏਗੀ। ਇਹਦੇ ਮੁਕਾਬਲੇ ਦੇਖ ਰਹੇ ਆਪਾਂ ਇਹ ਜਿਹੜੀ ਸਾਹ ਦੀ ਨਾੜੀ ਹੈ ਇਹ ਸੁੰਗੜ ਗਈ ਹੈ, ਠੀਕ ਹੈ। ਔਰ ਜਿਸਲੇ ਅਸਥਮਾ ਦਾ ਅਟੈਕ ਹੋ ਜਾਂਦਾ ਕਿਸੇ ਨੂੰ ਵੀ, ਉਹ ਸਾਹ ਦੀ ਨਾੜੀ ਇਸ ਤਰ੍ਹਾਂ ਹੋ ਜਾਂਦੀ ਬਿਲਕੁਲ ਟਾਈਟ, ਬਿਲਕੁਲ ਟਾਈਟ ਦਿਖ ਰਹੀ ਹੈ। ਸੋ ਸਾਹ ਦੀ ਨਾੜੀ ਜਦੋਂ ਬਿਲਕੁਲ ਟਾਈਟ ਹੋ ਜਾਂਦੀ ਹੈ, ਜੇ ਕਿਸੇ ਨੂੰ ਅਟੈਕ ਹੋ ਗਿਆ ਤਾਂ ਸਾਹ ਹੀ ਨਹੀਂ ਨਿਕਲਦਾ। ਸੋ ਜਿਹੜੇ ਬੱਚੇ ਜਾਂ ਕੋਈ ਵੀ ਮਰੀਜ਼ ਅਸਥਮਾ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਦੇ ਸਾਹ ਦੀ ਨਾੜੀ ਜਿਹੜੀ ਹੈ ਉਹਦੇ 'ਚ ਸੂਜਨ ਪੈਦਾ ਹੁੰਦੀ ਰਹਿੰਦੀ ਹੈ, ਲਾਲਗੀ ਆਉਣੀ ਸ਼ੁਰੂ ਹੋ ਜਾਂਦੀ, ਜਿਸ ਤਰ੍ਹਾਂ ਆਪਾਂ ਇਹਦੇ 'ਚ ਦੇਖ ਰਹੇ ਹਾਂ। ਔਰ ਜਦੋਂ ਅਸੀਂ ਇਸ ਚੀਜ਼ ਨੂੰ ਪੇਸ਼ੈਂਟ ਨੂੰ ਆਰਾਮ ਦੇਣਾ ਚਾਹੁੰਦੇ ਹਾਂ, ਉਹਦੇ ਲਈ ਸਾਡੇ ਕੋਲ ਜਿਹੜਾ ਇਨਹੇਲਰ ਜਿਹੜਾ ਉਹ ਕੰਮ ਕਰਦਾ। ਇਨਹੇਲਰ ਕੀ ਚੀਜ਼ ਹੈ ਜਿਹਨੂੰ ਆਮ ਤੌਰ 'ਤੇ ਲੋਕ ਪੰਪ ਕਹਿੰਦੇ ਨੇ, ਇਹ ਇਨਹੇਲਰ। ਇਹ ਜਿਹੜਾ ਅਸਥਮਾ ਦੇ ਮਰੀਜ਼ ਨੇ, ਖਾਸ ਕਰ ਜਿਹੜੇ ਬੱਚੇ ਨੇ, ਉਹਨਾਂ ਦੇ ਵਿੱਚ ਅਸੀਂ ਜਦੋਂ ਇਨਹੇਲਰ ਦਿੰਦੇ ਹਾਂ ਉਹ ਇਹ ਸਿਸਟਮ ਦੇ ਨਾਲ ਦਿੰਦੇ ਹਾਂ। ਇਹ ਇਨਹੇਲਰ ਹੈ, ਇਹਨੂੰ ਸਪੇਸਰ ਕਹਿੰਦੇ, ਇਹਨੂੰ ਮਾਸਕ ਕਹਿੰਦੇ। ਸੋ ਜਿਹੜਾ ਛੋਟਾ ਬੱਚਾ ਹੈ ਉਹਦੇ ਵਿੱਚ ਅਸੀਂ ਇਹਨੂੰ ਸ਼ੇਕ ਕਰਕੇ ਇਹਦੇ ਪਿੱਛੇ ਲਗਾਉਂਦੇ ਹਾਂ, ਇਹਨੂੰ ਪ੍ਰੈਸ ਕਰਦੇ ਹਾਂ, ਇਸ ਤਰ੍ਹਾਂ ਸ਼ੇਕ ਕਰਦੇ ਹਾਂ। ਔਰ ਜਿਹੜਾ ਮਰੀਜ਼ ਹੈ ਉਹ ਇਸ ਤਰ੍ਹਾਂ ਕਰਕੇ ਸਾਹ ਲੈਂਦਾ ਆਰਾਮ ਨਾਲ ਬੱਚਾ। ਔਰ ਜਿਹੜੀ ਦਵਾਈ ਹੈ ਉਹਦੀ ਸਿੱਧੀ ਫੇਫੜਿਆਂ 'ਚ ਪਹੁੰਚਦੀ ਹੈ ਔਰ ਜਲਦੀ ਅਸਰ ਕਰਦੀ ਹੈ। ਔਰ ਇਹ ਦੇਖਿਆ ਗਿਆ ਕਿ ਜਿਹੜੇ ਲੋਕੀ ਨੇ ਉਹ ਆਮ ਤੌਰ 'ਤੇ ਇਸ ਦੇ ਜਿਹੜਾ ਵਰਤਨ ਤੋਂ ਪਰਹੇਜ਼ ਕਰਦੇ ਨੇ।
ਲੇਕਿਨ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਨਹੇਲਰ ਤੋਂ ਡਰਨ ਦੀ ਕੋਈ ਲੋੜ ਨਹੀਂ ਹੁੰਦੀ, ਕਿਉਂਕਿ ਇਹਦੇ ਵਿੱਚ ਜਿਹੜੀ ਦਵਾਈ ਹੈ ਉਹ ਮਾਈਕਰੋਗ੍ਰਾਮਾਂ 'ਚ ਹੁੰਦੀ ਹੈ, ਮਿਲੀਗ੍ਰਾਮਾਂ 'ਚ ਨਹੀਂ ਹੁੰਦੀ, ਮਾਈਕਰੋਗ੍ਰਾਮਾਂ 'ਚ ਹੁੰਦੀ। ਬਹੁਤ ਘੱਟ ਦਵਾਈ ਜਿਹੜੀ ਹੈ ਉਹ ਅਸਰ ਇਸ ਕਰਕੇ ਅੱਛਾ ਕਰਦੀ ਹੈ ਕਿਉਂਕਿ ਉਹ ਸਿੱਧੀ ਫੇਫੜਿਆਂ 'ਚ ਪਹੁੰਚਦੀ ਹੈ। ਜਿੱਦਾਂ ਕਿ ਅਸੀਂ ਦੇਖਦੇ ਹਾਂ, ਜੇ ਕਿਸੇ ਦੇ ਅੱਖਾਂ 'ਚ ਐਲਰਜੀ ਹੋ ਗਈ ਤਾਂ ਆਪਾਂ ਡ੍ਰੌਪਸ ਪਾਉਂਦੇ ਹਾਂ, ਜੇ ਕਿਸੇ ਦੇ ਚਮੜੀ 'ਤੇ ਐਲਰਜੀ ਹੋ ਗਈ ਤਾਂ ਆਪਾਂ ਟਿਊਬ ਮਲ ਲੈਂਦੇ, ਕਰੀਮ ਲਗਾ ਲੈਂਦੇ। ਇਸੇ ਤਰ੍ਹਾਂ ਹੀ ਡਾਕਟਰਾਂ ਨੇ, ਸਾਇੰਸਦਾਨਾਂ ਨੇ ਇਹਦਾ ਇਜਾਦ ਕੀਤਾ ਕਿ ਜਿਹੜਾ ਇਨਹੇਲਰ ਹੈ ਉਹਨੂੰ ਦਿੱਤਾ ਜਾਏ ਤਾਂ ਕਿ ਇਹਦੀ ਦਵਾਈ ਸਿੱਧੀ ਜਿਹੜੀ ਫੇਫੜਿਆਂ 'ਚ ਪਹੁੰਚੇ, ਜਲਦੀ ਅਸਰ ਕਰੇ ਔਰ ਮਰੀਜ਼ ਨੂੰ ਆਪਾਂ ਸਾਈਡ ਇਫੈਕਟਸ ਤੋਂ ਬਚਾ ਸਕੀਏ। ਸੋ ਇਹ ਸਭ ਤੋਂ ਵੱਡੀ ਜਿਹੜੀ ਕਾਢ ਹੈ ਪਿਛਲੀ ਸੈਂਚੁਰੀ ਦੀ ਇਹੀ ਸੀ ਕਿ ਆਮ ਤੌਰ 'ਤੇ ਪਹਿਲਾਂ ਜਦੋਂ ਇਨਹੇਲਰ ਨਹੀਂ ਸੀ ਬਣੇ, ਲੋਕੀ ਦਮੇ ਦਾ ਸ਼ਿਕਾਰ ਹੋ ਜਾਂਦੇ ਸੀ ਅਤੇ ਉਹਨਾਂ ਨੂੰ ਲੇਟ ਇਨਹੇਲਰ ਮਿਲਦੇ ਸੀ। ਉਹ ਇਸ ਕਰਕੇ ਉਹ ਸਾਰੀ ਉਮਰ ਉੱਤੇ ਲੱਗੇ ਰਹਿੰਦੇ ਸੀ। ਲੇਕਿਨ ਜੇ ਅਸੀਂ ਟਾਈਮ ਸਿਰ ਜਲਦੀ ਇਨਹੇਲਰ ਸ਼ੁਰੂ ਕਰ ਲਈਏ ਤੇ ਬਿਮਾਰੀ ਨੂੰ ਆਪਾਂ ਰੋਕ ਸਕਦੇ ਹਾਂ ਔਰ ਜਿਹੜਾ ਮਰੀਜ਼ ਹੈ ਉਹਨੂੰ ਆਰਾਮ ਵੀ ਦੇ ਸਕਦੇ ਹਾਂ ਔਰ ਦਵਾਈਆਂ ਦੇ ਸਾਈਡ ਇਫੈਕਟ ਤੋਂ ਵੀ ਬਚ ਸਕਦੇ ਹਾਂ। ਠੀਕ ਹੈ, ਚਲੋ ਇਸ ਤੋਂ ਨੈਕਸਟ ਸਟੈਪ ਜਿਹੜਾ ਹੁੰਦਾ ਹੈ ਉਹ ਇਹ ਹੈ, ਕਈ ਜਿਹੜੇ ਮਰੀਜ਼ ਹੈ ਉਹਨਾਂ ਨੂੰ ਸਾਨੂੰ ਜੇ ਇਨਹੇਲਰ ਨਾਲ ਵੀ ਅੱਛਾ ਆਰਾਮ ਨਹੀਂ ਆ ਰਿਹਾ ਜਾਂ ਮਰੀਜ਼ ਪੇਰੈਂਟਸ ਕਹਿੰਦੇ ਨੇ ਕਿ ਅਸੀਂ ਇਨਹੇਲਰ ਵਰਤਣਾ ਹੀ ਨਹੀਂ ਚਾਹੁੰਦੇ, ਉਹਦੇ ਲਈ ਵੀ ਹੱਲ ਹੈ। ਅਸੀਂ ਐਲਰਜੀ ਸਪੈਸ਼ਲਿਸਟ ਦੇ ਤੌਰ 'ਤੇ ਖਾਸ ਤਰ੍ਹਾਂ ਦੇ ਐਲਰਜੀ ਟੈਸਟ ਕਰਦੇ ਹਾਂ ਮਰੀਜ਼ ਦੇ। ਅਸੀਂ ਉਹਦੇ 'ਚੋਂ ਲੱਭਦੇ ਹਾਂ ਕਿਸ ਚੀਜ਼ ਤੋਂ ਐਲਰਜੀ ਹੈ। ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਫਲਾਣੀ ਚੀਜ਼ ਤੋਂ ਐਲਰਜੀ ਹੈ, ਉਸ ਤੋਂ ਅਸੀਂ ਬਚ ਸਕਦੇ, ਕਿਸ ਤਰ੍ਹਾਂ ਬਚ ਸਕਦੇ, ਉਹ ਅਸੀਂ ਤਰੀਕੇ ਜਿਹੜੇ ਨੇ ਮਰੀਜ਼ ਨੂੰ ਸਿਖਾਉਂਦੇ ਹਾਂ। ਔਰ ਜੇ ਮਰੀਜ਼ ਉਹ ਚੀਜ਼ਾਂ ਤੋਂ ਬਚ ਸਕਦਾ ਹੈ ਔਰ ਬੱਚੇ ਨੂੰ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਪੇਰੈਂਟਸ ਬੜੇ ਖੁਸ਼ ਹੁੰਦੇ ਨੇ। ਪਰ ਜੇ ਸਾਨੂੰ ਲੱਗੇ ਕਿ ਕੋਈ ਐਸੀ ਚੀਜ਼ਾਂ ਤੋਂ ਐਲਰਜੀ ਹੈ ਜਿਸ ਤੋਂ ਬਚਣਾ ਮੁਸ਼ਕਿਲ ਹੈ, ਫਿਰ ਅਸੀਂ ਉਸ ਤੋਂ ਵੀ ਅਗਲਾ ਸਟੈਪ ਜਿਹੜਾ ਇਸਤੇਮਾਲ ਕਰਦੇ ਹਾਂ, ਜਿਹਨੂੰ ਕਿ ਐਲਰਜੀ ਵੈਕਸੀਨ ਕਹਿੰਦੇ, ਇਮਿਊਨੋਥੈਰੇਪੀ ਕਹਿੰਦੇ। ਇਮਿਊਨੋਥੈਰੇਪੀ ਵਿਧੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਚੀਜ਼ ਹੈ ਕਿ ਜਿਹੜੀ ਮਰੀਜ਼ ਦੇ ਅੰਦਰ ਜਿਸ ਚੀਜ਼ ਤੋਂ ਐਲਰਜੀ ਹੈ ਉਸ ਤੋਂ ਉਹਨੂੰ ਟੋਲਰੇਟ ਕਰਨ ਦੀ ਸ਼ਮਤਾ ਵਧਾ ਦਿੰਦੀ ਹੈ। ਅਸੀਂ ਉਹਨੂੰ ਡ੍ਰੌਪਸ ਜਾਂ ਇੰਜੈਕਸ਼ਨ ਦੇ ਫਾਰਮ ਦੇ ਵਿੱਚ ਪੇਸ਼ੈਂਟ ਦੇ ਅੰਦਰ ਦਿੰਦੇ ਹਾਂ। ਹੌਲੀ 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 ਕਰਕੇ ਉਹਦੇ ਵਿੱਚ ਉਹ ਜਿਹੜੀ ਚੀਜ਼ ਹੈ ਉਹਨੂੰ ਟੋਲਰੇਟ ਕਰਨ ਦੀ ਸ਼ਮਤਾ ਉਹਦੀ ਵਧਾਉਂਦੇ ਹਾਂ ਅਤੇ ਬਹੁਤ ਸਾਰੇ ਜਿਹੜੇ ਸਾਡੇ ਮਰੀਜ਼ ਨੇ ਇਸ ਇਲਾਜ ਦੇ ਨਾਲ ਇਨਹੇਲਰ ਬੰਦ ਕਰਨ ਦੇ ਵਿੱਚ ਵੀ ਸਫਲ ਹੋ ਰਹੇ। ਸੋ ਇਹ ਮੈਂ ਸਾਰੀਆਂ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦਾ ਸੀ। ਤੁਹਾਡੇ ਕੋਈ ਕੁਐਸਚਨ ਹੋਣ, ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ, ਪੁੱਛ ਸਕਦੇ। ਡਾਕਟਰ ਸਾਹਿਬ ਦੇ ਬਚਾਅ ਕੀ ਅਸਥਮਾ ਦੇ, ਉਹ ਜਿਹੜੇ ਬੱਚਿਆਂ ਨੂੰ ਜਿਹੜੇ ਛੋਟੇ ਅੱਜ ਕੱਲ੍ਹ ਲਗਾਤਾਰ ਮਤਲਬ ਜ਼ਿਆਦਾ ਬੱਚਿਆਂ ਨੂੰ ਕਿਉਂ ਹੁੰਦੇ ਪਏ ਆ ਜੀ, ਕੀ ਕਾਰਨ ਹੈਗਾ ਬੱਚਿਆਂ ਨੂੰ ਜ਼ਿਆਦਾ ਕਿਉਂ ਹੁੰਦਾ ਪਿਆ? देखो बहुत बढ़िया क्वेश्चन है। डॉक्टर नरेश ग्रोवर जी सर, आज के प्रोग्राम की रूपरेखा बता दीजिए। आज हमने मेरे अपने हॉस्पिटल डॉक्टर ग्रोवर एडवांस पीडियाट्रिक सेंटर और रोटरी क्लब अमृतसर वेस्ट हमने मिलके जो है एक पब्लिक अवेयरनेस सेमिनार किया था, जिसमें हमने बच्चों में जो अस्थमा है उसके बारे में बताने की कोशिश की, क्योंकि जो एलर्जी और अस्थमा है ये सब बीमारियां आगे से धीरे धीरे बढ़ रही हैं, सारी दुनिया में बढ़ रही हैं, इंडिया में भी बढ़ रही हैं। सर इसके मुख्य लक्षण क्या है, कैसे पता चलता है कि इस आदमी को जो अस्थमा हो चुका है? देखो बच्चों में इसके जो लक्षण हैं वो इस तरह से होते हैं कि बच्चों में छाती रुक गई और ठीक नहीं हो रही। उसमें अगर बच्चा भाग रहा है, खेल रहा है, सांस चढ़ गया, सीढ़ियाँ चढ़ रहा है, साइकिल चला रहा है, कुछ भी ऐसा कर रहा है, सांस चढ़ गया, या बच्चा रात को जब लेटा है तो उसको खांसी परेशान करती रहती है। तो इस तरह के जो सिम्टम हैं अगर बार बार आ रहे हैं बच्चे में, वैसे तो ऐसे सिम्टम छोटे बच्चों में कॉमनली आते हैं और कई बच्चे बड़े होके ठीक भी हो जाते हैं, लेकिन जैसे कि गलत धारणा है कि जो इनहेलर है वो अगर हम एक बार यूज़ करते हैं तो कॉमनली उसको यूज़ करना पड़ता है। देखो इनहेलर्स के बारे में जो लोगों की धारणा है वो दो तरह की है। एक तो वो समझते हैं कि ये बड़ी स्ट्रॉन्ग चीज़ है, जो कि बिल्कुल गलत है, क्योंकि इनहेलर में जो मेडिसिन है, दवाई है, वो माइक्रोग्राम में होगी। मैं पेरेंट्स से अनुरोध करूंगा वो उसके ऊपर देखें, जब भी
इन्हेलर में दवाई होती है वो 50 माइक्रोग्राम, 100 माइक्रोग्राम, 200 माइक्रोग्राम ऐसे होती है, और 1 मिलीग्राम में 1000 माइक्रोग्राम होते हैं। तो कहने का मतलब अगर 5 मिलीग्राम की एक टैबलेट है उससे 20-25 दिन की दवाई बन जाती है इन्हेलर की। तो इन्हेलर बनाए इसीलिए गए थे कि वो जो सीधे फेफड़ों में उनका असर जाए, बीमारी जल्दी कंट्रोल हो और दवाई के साइड इफेक्ट से बचे। देखो ऐसा है, अगर अस्थमा किसी को हुआ है तो उसको अगर वो इन्हेलर यूज़ करता है उसके सिम्टम अच्छे से कंट्रोल में आ जाते हैं, और अगर उसको वो जड़ से इलाज करना चाहते हैं तो कई बार हमें एलर्जी टेस्ट साथ में करके देखना पड़ता है कि उसमें क्या चीज़ है जो एलर्जी कर रही है और उससे हमने कैसे बचना है। जब हम उसको ढूंढ लेते हैं तो फिर उसका कारगर इलाज भी हो जाता है। देखो ऐसा है, एलर्जी वैक्सीन एक अलग चीज़ है, उसको हम इम्यूनोथेरेपी कहते हैं। उसका मतलब ये होता है कि जिस चीज़ से एलर्जी है उस चीज़ को टॉलरेट करने की, सहन करने की क्षमता शरीर में बढ़ाई जाए। और ये देखा गया है कि अगर बच्चे हैं जो, उनमें एलर्जी का ट्रीटमेंट ज़्यादा कारगर होता है, उनमें इम्यूनोथेरेपी भी ज़्यादा कारगर सिद्ध होती है। जो बड़े लोग हैं जिनमें बीमारी बहुत बढ़ गई है, उनमें इम्यूनोथेरेपी जैसी चीज़ें कई बार काम नहीं करती। बच्चों में ये ज़्यादा कारगर सिद्ध होती है और हमने बहुत सारे बच्चों का इलाज किया है। सर एक मैसेज दे देना अपनी तरफ से। सर मैसेज ये देना चाहूँगा कि अगर किसी को सांस की एलर्जी है या दमा जैसे सिम्टम हैं, उससे घबराएं ना, स्पेशलिस्ट को दिखाएं। अगर वो इन्हेलर एडवाइस करते हैं उससे दूर ना भागें, घबराएं ना, उसको लगातार यूज़ करें। अगर आपको फिर भी सेटिस्फेक्शन नहीं हो रही, आप एलर्जी स्पेशलिस्ट से मिलें। उसका अस्थमा का या एलर्जी का कारण मिलने, आपको ढूंढने में मदद करेंगे और इलाज करने में आपकी सहायता करेंगे। मतलब मेरा ट्रीटमेंट चल रहा है, ਆਲਮੋਸਟ ਹੁਣ ਖਤਮ ਹੀ ਹੋ ਗਿਆ ਵਾ ਇੱਕ ਤਰ੍ਹਾਂ ਦਾ। ਠੀਕ ਹੈ, ਮੈਂ ਡਸਟ ਮਾਈਟ ਐਲਰਜੀ ਤੋਂ, ਮਤਲਬ ਮੈਨੂੰ ਡਸਟ ਮਾਈਟ ਐਲਰਜੀ ਹੈਗੀ ਸੀ। ਠੀਕ ਹੈ, ਖਾਂਸੀ, ਬਲਗਮ ਤੇ ਸਾਹ 'ਚ ਦਿੱਕਤ ਹੁੰਦੀ ਸੀ। ਠੀਕ ਹੈ, ਬਿਲਕੁਲ ਮੈਨੂੰ ਰਿਲੀਫ ਮਿਲਿਆ। ਸਟਾਰਟਿੰਗ ਤੋਂ ਇਨਹੇਲਰ ਸ਼ੁਰੂ ਕੀਤਾ। ਠੀਕ ਹੈ, ਇਨਹੇਲਰ ਮੇਰਾ ਆਲਮੋਸਟ 2-2.5 ਸਾਲ ਚੱਲਿਆ, ਉਸ ਤੋਂ ਬਾਅਦ ਬੰਦ ਕਰ ਦਿੱਤਾ। ਬਿਲਕੁਲ ਹੁਣ ਕੋਈ ਦਵਾਈ ਨਹੀਂ ਚੱਲਦੀ, ਜਸਟ ਇੱਕ ਵੈਕਸੀਨੇਸ਼ਨ ਚੱਲਦੀ ਆ ਮੰਥਲੀ। ਬਟ ਉਹ ਵੀ ਸਰ ਨੇ ਇਸ ਕਰਕੇ ਕਿਹਾ ਵਾ ਕਿਉਂਕਿ ਉਹਦੇ ਨਾਲ ਜਿਹੜਾ ਅੱਗੇ ਜਾ ਕੇ ਮੈਨੂੰ ਪ੍ਰੋਬਲਮ ਨਹੀਂ ਹੋਏਗੀ। ਕਿੰਨੀ ਦੇਰ ਤੱਕ ਲਵਾਉਣੀ ਹੈ ਵੈਕਸੀਨ? ਜੇ ਮੈਂ ਹਜੇ ਵੀ ਬੰਦ ਕਰਨਾ ਚਾਹਾਂ ਤਾਂ ਮੈਂ ਕਰ ਸਕਦਾ ਹਾਂ, ਬਟ ਸਰ ਦੀ ਐਡਵਾਈਸ ਇਹੀ ਹੈ ਕਿ ਮੈਂ ਉਹ ਬੰਦ ਨਾ ਕਰਾਂ ਮੇਰੀ ਸੇਫਟੀ ਲਈ, ਤਾਂ ਕਿ ਮੈਨੂੰ ਅੱਗੇ ਜਾ ਕੇ ਮੈਂ ਜਿੰਨਾ ਵੀ ਜੀਵਨ ਜੀਵਾਂ ਮੈਨੂੰ ਪ੍ਰੋਬਲਮ ਕਦੀ ਵੀ ਨਾ ਆਵੇ ਇਸ ਤਰੀਕੇ ਦੀ। ਵੈਕਸੀਨ ਹਰ ਮਹੀਨੇ ਬਿਲਕੁਲ ਲਗਵਾਉਣੀ ਪੈਣੀ ਹੈ, ਬਟ ਉਹ ਕੋਈ ਨਸੈਸਰੀ ਨਹੀਂ ਹੈ ਕਿ ਮੈਨੂੰ ਲਗਵਾਉਣੀ ਹੀ ਲਗਵਾਉਣੀ ਹੈ, ਉਹ ਮੇਰੀ ਮਰਜ਼ੀ ਆ। ਬਟ ਸਰ ਦੀ ਐਡਵਾਈਸ ਆ, ਮੈਂ ਸਰ ਦੀ ਐਡਵਾਈਸ ਜ਼ਰੂਰ ਮੰਨਾਂਗਾ ਕਿਉਂਕਿ 5 ਸਾਲ ਤੋਂ ਜੇ ਸਰ ਨੇ ਮੇਰਾ ਲਈ ਇੰਨਾ ਕੀਤਾ ਵਾ ਤੇ ਮੈਂ ਅੱਗੇ ਵੀ ਸਰ ਦੀ ਹੀ ਸੁਣਾਂਗਾ। ਕੋਈ ਡਾਈਟ ਵੀ ਚੇਂਜ ਕਰਨ ਦੀ ਜ਼ਰੂਰਤ ਪਈ ਕਿ ਡਾਈਟ ਬਿਲਕੁਲ ਨਹੀਂ, ਜੰਕ ਫੂਡ ਵਗੈਰਾ ਛੱਡਿਆ ਵਾ।